3 ਸਾਲ ਦੀ ਬੱਚੀ ਦੇ ਨਾਲ ਦਰਿੰਦਗੀ ਮਹਾਰਾਸ਼ਟਰ ਨਾਸਿਕ ਵਿੱਚ 6 ਸਾਲ ਦੀ ਮਾਸੂਮ ਦੇ ਨਾਲ ਦਰਿੰਦਗੀ ਭੋਪਾਲ ਦੇ ਵਿੱਚ 13 ਸਾਲਾਂ ਦੀ ਮਾਸੂਮ ਦੇ ਨਾਲ ਦਰਿੰਦਗੀ ਪੰਜਾਬ ਦੇ ਜਲੰਧਰ ਦੇ ਵਿੱਚ। ਆਖਰ ਕੀ ਹੈ ਕਸੂਰ ਇਨ੍ਹਾਂ ਮਾਸੂਮ ਬੱਚਿਆਂ ਦਾ ਜੋ ਖਿਡੌਣੇ ਫੜਨ ਦੀ ਉਮਰ 'ਚ ਦਰਿੰਦਗੀਆਂ ਦਾ ਨਿਸ਼ਾਨਾ ਬਣ ਜਾਂਦੀਆਂ? ਕੀ ਹੈ ਕਸੂਰ ਇਹਨਾਂ ਛੋਟੀਆਂ ਪਰੀਆਂ ਦਾ ਜਿਹੜੀਆਂ ਹੱਸਣ ਖੇਡਣ ਦੀ ਉਮਰ 'ਚ ਦਰਦ ਦੀਆਂ ਕਹਾਣੀਆਂ ਬਣ ਰਹੀਆਂ ਨੇ? ਕੀ ਹੈ ਕਸੂਰ ਇਹਨਾਂ ਨਿੱਕੀਆਂ ਜਿੰਦਾਂ ਦਾ ਜਿਨ੍ਹਾਂ ਨੂੰ ਆਪਣਾ ਨਾਮ ਵੀ ਢੰਗ ਨਾਲ ਨਹੀਂ ਆਉਂਦਾ? ਕਿਉਂ ਹਰ ਵਾਰ ਮਾਸੂਮਾਂ ਦੀ ਲਾਸ਼ਾਂ ਤੇ ਸਿਆਸਤ ਹੁੰਦੀ ਹੈ ਪਰ ਸਜ਼ਾ ਕਦੇ ਸਖਤ ਨਹੀਂ ਹੁੰਦੀ? ਕੀ ਹੈ ਕਸੂਰ ਇਹਨਾਂ ਕੁੜੀਆਂ ਦਾ ਜੋ ਇਸ ਬੇਰਹਿਮ ਸਮਾਜ ਦੇ ਪਾਪਾਂ ਦੀ ਕੀਮਤ ਭਰ ਰਹੀਆਂ ਹਨ? ਕਿੰਨੀ ਦੁੱਖ ਦੀ ਗੱਲ ਹੈ, ਇਹਨਾਂ ਤੇ ਨਾ ਜ਼ਿੰਦਗੀ ਵੀ ਨਹੀਂ ਦੇਖੀ ਪਰ ਦਰਦ ਦੇ ਖੱਡ ਵਿੱਚ ਧੱਕ ਦਿੱਤਾ ਗਿਆ। ਕੀ ਹੈ ਕਸੂਰ ਇਹਨਾਂ ਬੱਚਿਆਂ ਦਾ ਜੋ ਹਰ ਰੋਜ਼ ਕੋਈ ਨਾ ਕੋਈ ਹੈਵਾਨੀਅਤ ਦੀ ਭੇਟ ਚੜ ਰਹੀਆਂ ਨੇ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਬਜੈਕਟ ਨਿਊਜ਼। ਬੱਚੇ ਕਿੰਨੇ ਮਾਸੂਮ ਹੁੰਦੇ ਨੇ, ਕਿਸੇ ਅਣਜਾਣ ਬੱਚੇ ਤੇ ਨਜ਼ਰ ਵੀ ਚਲੀ ਜਾਵੇ ਤਾਂ ਉਸ ਮਾਸੂਮ ਚਿਹਰੇ ਨੂੰ ਦੇਖ ਕੇ ਉਦਾਸ ਚਿਹਰਾ ਵੀ ਖਿੜ ਜਾਂਦਾ ਹੈ। ਆਪਣੇ ਆਪ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ, ਉਸ ਬੱਚੇ ਦੇ ਨੇੜੇ ਜਾ ਕੇ ਉਸ ਨੂੰ ਪਿਆਰ ਕਰਨ ਦਾ ਮਨ ਕਰਦਾ ਹੈ। ਪਰ ਜਰਾ ਸੋਚੋ, ਕੁਝ ਅਜਿਹੇ ਲੋਕ ਜਿਨ੍ਹਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਨੀਚੇ ਗਿਰ ਗਈ ਹੈ, ਕੋਈ ਇੰਨਾ ਕਠੋਰ ਕਿਵੇਂ ਹੋ ਸਕਦਾ ਹੈ ਕਿ 3-4 ਸਾਲ ਦੀਆਂ ਬੱਚੀਆਂ ਨਿੱਕੀ ਜਿਹੀ ਬੱਚਿਆਂ ਦੇ ਨਾਲ ਦਰਿੰਦਗੀ ਕਰਦੇ ਨੇ ਤੇ ਫਿਰ ਉਸਨੂੰ ਮਾਰ ਦਿੰਦੇ ਨੇ। ਇਹ ਸੋਚ ਕੇ ਰੂਹ ਕੰਬ ਜਾਂਦੀ ਹੈ। ਪਰ ਅਫਸੋਸ ਹੈ ਕਿ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਆਏ ਦਿਨ ਕਿਤੇ ਨਾ ਕਿਤੇ ਸ਼ਹਿਰਾਂ ਤੋਂ ਸਾਨੂੰ ਸੁਣਨ ਨੂੰ ਮਿਲ ਜਾਂਦੀ ਹੈ ਤੇ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਵਾਰ ਵਾਪਰ ਚੁੱਕੀਆਂ ਨੇ ਪਰ ਫਿਰ ਵੀ ਸਾਡੇ ਪ੍ਰਸ਼ਾਸਨ, ਸਾਡੇ ਸਿਸਟਮ ਦੇ ਵਿੱਚ ਫਰਕ ਨਹੀਂ ਪੈਂਦਾ ਹੈ। ਦੁੱਖ ਦੀ ਗੱਲ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਵੀ ਅਣਗਿਣਤ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਸੱਚ ਇਹ ਵੀ ਹੈ ਕਿ ਅੱਗੇ ਪਤਾ ਨਹੀਂ ਕਿੰਨੀਆਂ ਹੋਰ ਨਿੱਕੀਆਂ ਜ਼ਿੰਦਗੀਆਂ ਜਿਹੜੀਆਂ ਨੇ ਅਜਿਹੀਆਂ ਦਰਿੰਦਗੀ ਦੀ ਭੇਟ ਚੜਨਗੀਆਂ। ਦੱਸਦੇ ਕਿ ਘਟਨਾ ਜਿਹੜੀ ਹੈ ਇਹ ਸਿਰਫ ਘਟਨਾ ਨਹੀਂ ਹੈ ਬਲਕਿ ਸਾਡੇ ਸਿਸਟਮ ਦੇ ਮੂੰਹ ਤੇ ਇੱਕ ਵੱਡਾ ਥੱਪੜ ਹੈ। ਪੰਜਾਬ ਦੇ ਵਿੱਚ ਮੁੜ-ਮੁੜ ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੁੰਦੇ ਨੇ ਤੇ ਸਿਸਟਮ ਜਿਹੜਾ ਉਹ ਚੁੱਪ ਰਹਿੰਦਾ ਹੈ, ਸਿਰਫ ਸਵਾਲ ਹੀ ਚੁੱਕਣਾ ਜਾਣਦਾ ਹੈ। ਸਵਾਲ ਇਹ ਵੀ ਹੈ ਕਿ ਦਰਿੰਦਿਆਂ ਦਾ ਵੱਡਾ ਕੌਣ ਹੈ? ਉਹ ਵੱਡੇ ਨੇ ਜਿਨ੍ਹਾਂ ਦੀ ਡਿਊਟੀ ਸਮਾਜ ਨੂੰ ਬਚਾਉਣ ਦੀ ਹੈ ਜਾਂ ਫਿਰ ਉਹ ਦਰਿੰਦੇ ਹੁਣ ਵੱਡੇ ਹੋ ਚੁੱਕੇ ਨੇ ਕਿ ਸਾਡੇ ਸਿਸਟਮ ਦਾ ਹੱਥ ਹੀ ਨਹੀਂ ਪਹੁੰਚ ਪਾਉਂਦਾ? ਦੂਜੀ ਵੱਡੀ ਖਬਰ ਜੋ ਜਲੰਧਰ ਤੋਂ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਇੱਕ 13 ਸਾਲਾਂ ਦੀ ਬੱਚੀ ਦੇ ਨਾਲ ਬਲਾਤਕਾਰ ਹੁੰਦਾ ਆ, ਦੁਸ਼ਕਰਮ ਕੀਤਾ ਜਾਂਦਾ ਹੈ। ਇੱਕ ਖਬਰ ਹੋਰ ਵਾਪਰੀ ਹੈ ਮਹਾਰਾਸ਼ਟਰ ਦੇ ਨਾਸਿਕ ਦੇ ਵਿੱਚ, ਜਿੱਥੇ 3 ਸਾਲਾਂ ਦੀ ਬੱਚੀ ਦੇ ਨਾਲ ਦਰਿੰਦਗੀ ਕੀਤੀ ਗਈ ਹੈ। ਭੋਪਾਲ ਦੀ ਗੱਲ ਕਰੀਏ ਤਾਂ ਭੋਪਾਲ ਤੋਂ ਵੀ ਖਬਰ ਸਾਹਮਣੇ ਆਈ ਹੈ ਜਿੱਥੇ 6 ਸਾਲਾਂ ਦੀ ਮਾਸੂਮ ਦੇ ਨਾਲ ਦਰਿੰਦਗੀ ਹੋਈ ਹੈ, ਜਿਸ ਕਾਰਨ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਨਿਰਾਸ਼ਾ ਹੈ ਕਿਉਂਕਿ ਸਾਡਾ ਸਿਸਟਮ ਜਿਹੜਾ ਹੈ ਉਹ ਸਹੀ ਨਹੀਂ ਹੈ। ਲੋਕੀ ਇਹ ਵੀ ਸਵਾਲ ਉਠਾ ਰਹੇ ਨੇ ਕਿ ਜੇਕਰ ਸਰਕਾਰਾਂ ਦਾ ਸਿਸਟਮ ਸਹੀ ਹੋਵੇ ਤਾਂ ਸ਼ਾਇਦ ਅਜਿਹਾ ਕਿਸੇ ਦੀ ਹਿੰਮਤ ਨਾ ਪਵੇ ਕਰਨ ਦੀ। ਸਾਰੇ ਰਾਜਨੀਤਿਕ ਨੇਤਾ ਨੇ, ਉਹਨਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ, ਜਨਤਾ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਜਲੰਧਰ ਤੋਂ ਆਈ ਖਬਰ ਜਿਹੜੀ ਹੈ ਇੱਕ ਐਸੀ ਘਟਨਾ ਹੈ ਜੋ ਸ਼ਰਮ ਦੇ ਹਰ ਪੱਧਰ ਤੋਂ ਪਾਰ ਲੰਘ ਗਈ ਹੈ। ਛੋਟੀ ਬੱਚੀ ਦੇ ਨਾਲ ਬੇਰਹਿਮੀ, ਦਰਿੰਦਗੀ ਅਤੇ ਦੋਸ਼ ਇੱਕ ਐਸੇ ਜ਼ੁਰਮ ਦਾ ਹੈ ਜਿਸ ਨੂੰ ਸ਼ਬਦ ਵੀ ਸੁਣ ਲਵੇ ਤਾਂ ਉਹ ਵੀ ਕੰਬ ਜਾਵੇ। ਸਾਰੇ ਰਾਜਨੀਤਿਕ ਨੇਤਾ ਜਿਹੜੇ ਨੇ ਹਮਦਰਦੀ ਦਿਖਾਉਣ ਦੇ ਲਈ ਹਾਲਾਂਕਿ ਜਲੰਧਰ ਵਿਖੇ ਵਾਪਰੀ ਘਟਨਾ ਉਸ ਪੀੜਤ ਪਰਿਵਾਰ ਦੇ ਘਰ ਪਹੁੰਚ ਰਹੇ ਨੇ, ਮਿਲਣ ਪਹੁੰਚ ਰਹੇ ਨੇ। ਇੱਥੋਂ ਤੱਕ ਕਿ ਮਹਿਲਾ ਕਮਿਸ਼ਨ ਰਾਜਵੀਰ ਲਾਲੀ ਵੀ ਪਹੁੰਚੇ ਹੋਏ ਨੇ, ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ। ਪਰ ਸਵਾਲ ਇੱਕ ਹੀ ਖੜਾ ਹੋ ਜਾਂਦਾ ਹੈ ਕਿ ਜੇਕਰ ਸਰਕਾਰਾਂ ਨੇ ਪਹਿਲਾਂ ਕਦੇ ਕੋਈ ਸਖਤ ਕਦਮ ਚੱਕਿਆ ਹੁੰਦਾ ਤਾਂ ਕਿ ਅੱਜ ਅਜਿਹੀ ਬੱਚਿਆਂ ਦੇ ਨਾਲ ਦਰਿੰਦਗੀ ਹੁੰਦੀ, ਇਹ ਬੱਚੀਆਂ ਉਸ ਦਰਿੰਦਗੀ ਨੂੰ ਸਹਿੰਦੀਆਂ, ਅਜਿਹੀਆਂ ਘਟਨਾਵਾਂ ਸ਼ਾਇਦ ਰੁਕ ਜਾਂਦੀਆਂ ਜੇ ਕੋਈ ਠੋਸ ਕਦਮ ਚੁੱਕਿਆ ਹੁੰਦਾ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਦੀ ਜਿਹੜੀ ਬੇਟੀ ਸੀ 13 ਸਾਲਾਂ ਦੀ ਨਾਬਾਲਿਗ ਕੁੜੀ ਦੇ ਨਾਲ ਜੋ ਦਰਿੰਦਗੀ ਹੋਈ ਸੀ, ਕਤਲ ਦੀ ਘਟਨਾ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤੇ ਇਸ ਮਾਮਲੇ ਦੇ ਵਿੱਚ ਰਾਜਨੀਤਿਕ ਨੇਤਾ ਵੀ ਲਗਾਤਾਰ ਪਰਿਵਾਰ ਨੂੰ ਧੀਰਜ ਦੇਣ ਦੇ ਲਈ ਪਹੁੰਚ ਰਹੇ ਨੇ ਤੇ ਅਜਿਹੇ ਦੇ ਵਿੱਚ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੀ ਪਹੁੰਚੇ ਨੇ, ਪਰਿਵਾਰ ਨੂੰ ਮਿਲੇ ਨੇ, ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਮੀਡੀਆ ਦੇ ਨਾਲ। ਤੇ ਉੱਥੇ ਸੁਸ਼ੀਲ ਰਿੰਕੂ ਦੇ ਵੱਲੋਂ ਇਸ ਘਟਨਾ ਦੇ ਬਾਰੇ ਜੋ ਗੱਲ ਕੀਤੀ ਜਾ ਰਹੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ। ਉਹਨਾਂ ਨੇ ਪੁਲਿਸ ਦੀ ਭੂਮਿਕਾ ਤੇ ਵੀ ਸਵਾਲ ਉਠਾਇਆ, ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਇਸ ਕੇਸ ਦੇ ਵਿੱਚ ਲਾਪਰਵਾਹੀ ਦਿਖਾਈ ਉਹਨਾਂ ਤੇ ਅਜੇ ਤੱਕ ਕਾਰਵਾਈ ਕਿਉਂ ਨਹੀਂ ਹੋਈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦਾ ਜਵਾਬ ਤਾਂ ਪੰਜਾਬ ਦੇ ਡੀਜੀਪੀ ਹੀ ਦੇ ਸਕਦੇ ਨੇ। ਦੱਸਦੇ ਕਿ ਅਸ਼ਵਨੀ ਸ਼ਰਮਾ ਵੀ ਮੌਕੇ ਤੇ ਪਹੁੰਚੇ ਹੋਏ ਨੇ, ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਨੇ।
ਅਸ਼ਵਨੀ ਸ਼ਰਮਾ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਛੋਟੀਆਂ ਕੁੜੀਆਂ ਦਾ ਕੰਜਕ ਪੂਜਨ ਕਰਦੇ ਨੇ, ਪਰ ਦੂਜੇ ਪਾਸੇ ਅਜਿਹੇ ਦਰਿੰਦਿਆਂ ਨੂੰ ਕੋਈ ਡਰ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲੀ ਘਟਨਾ ਨਹੀਂ ਹੈ ਇਹ, ਇਸ ਤੋਂ ਪਹਿਲਾਂ ਵੀ ਲੁਧਿਆਣਾ, ਜਲੰਧਰ, ਪਟਿਆਲਾ, ਜ਼ੀਰਕਪੁਰ ਤੇ ਫਾਜ਼ਿਲਕਾ ਦੇ ਵਿੱਚ ਕਈ ਮਾਮਲੇ ਜਿਹੜੇ ਨੇ ਅਜਿਹੇ ਸਾਹਮਣੇ ਆ ਚੁੱਕੇ ਨੇ। ਉਹਨਾਂ ਨੇ ਸਵਾਲ ਚੁੱਕਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਕਿਸੇ ਅਜਿਹੇ ਦੋਸ਼ੀ ਨੂੰ ਸਖਤ ਸਜ਼ਾ ਦਿੱਤੀ ਹੈ, ਜੇਕਰ ਦਿੱਤੀ ਹੁੰਦੀ ਤਾਂ ਸ਼ਾਇਦ ਅਜਿਹੀ ਘਟਨਾ ਨਾ ਵਾਪਰਦੀ। ਉੱਥੇ ਦੂਜੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜਗੀਰ ਲਾਲੀ ਵੀ ਪਰਿਵਾਰਕ ਮੈਂਬਰਾਂ ਦੇ ਨਾਲ ਮਿਲਣ ਦੇ ਲਈ ਪਹੁੰਚੇ ਹੋਏ ਨੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਨੇ। ਪਰ ਇਸ ਪੂਰੇ ਮਾਮਲੇ ਦੇ ਵਿਚਕਾਰ ਸਿਰਫ ਇਹੀ ਇੱਕ ਸਵਾਲ ਉੱਠਦਾ ਹੈ ਕਿ ਆਖਿਰ ਸਿਸਟਮ ਸਾਡਾ ਸਟਰੋਂਗ ਕਦੋਂ ਹੋਵੇਗਾ, ਮਜ਼ਬੂਤ ਕਦੋਂ ਹੋਵੇਗਾ, ਕਦੋਂ ਅਜਿਹੇ ਗੁਨਹਗਾਰਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਫਿਲਹਾਲ ਇਸ ਪੂਰੀ ਖਬਰ ਨੂੰ ਲੈ ਕੇ ਤੁਹਾਡਾ ਕੀ ਕਹਿਣਾ, ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਨਾ। रिंकू जी, आज आप यहाँ पर आए हैं, क्या कहना चाहेंगे इस घटना को लेकर जो 2 दिन पहले घटित हुई थी, और उसके बाद लगातार जो राजनीतिक लोग भी आ रहे हैं और जो पुलिस वाले हैं उन पर कार्रवाई की मांग कर रहे हैं? देखिए, सबसे पहले तो क्योंकि मैं पहले भी होके गया हूँ, पहले भी आप लोगों से बातचीत की है, और अभी तक मैं ही नहीं, सभी पार्टियां, बहुत सारे संगठन हैं जो इस बात की मांग कर रहे हैं कि जो मौके पे जितने भी पुलिस ऑफिसर आए थे उनके ऊपर है जो सख्त कार्रवाई होनी चाहिए। पर अभी तक किसी तरह का भी ऐसा माहौल देखने को नहीं मिल रहा, और पता नहीं उनको क्यों प्रोटेक्ट किया जा रहा है। इसका जवाब तो हमारे जलंधर के पुलिस कमिश्नर और पंजाब के डीजीपी साहब दे सकते हैं कि इतना बड़ा घटनाक्रम हो गया और किसी तरह की कोई कार्रवाई है। जो लोगों की जो डिमांड है, अलग अलग पार्टियों की डिमांड है कि सख्त कार्रवाई जो वो मुलाजम है उनके ऊपर होनी चाहिए, पर अभी तक ऐसा कोई नतीजा सामने नहीं आया। दूसरी, मैं आपके माध्यम से, क्योंकि इस तरह की जो घटनाएं हैं अब देश में भी लगातार बढ़ रही हैं, और मैं समझ रहा हूँ कि जो हमारा भारत की जो हमारी संस्कृति है, जो हमारा कल्चर है, एक बहुत अमीर हमारा कल्चर है, हमारा विरसा है, और हम उस कल्चर से, उस विरसे से लगातार हमारा जो यूथ है वो दूर होता जा रहा है। और आज के समय की मांग है कि यहाँ ऑस्ट्रेलिया जैसे, अमेरिका जैसे, मलेशिया जैसे, और फ्लोरिडा अमेरिका में अभी मैं कुछ दिन पहले ही उन्होंने वहाँ पे जो 14 साल तक के जो युवा हैं उनके सोशल मीडिया के ऊपर भी बैन लगाया है। किसी कंट्री ने 16 साल की उम्र के जो यूथ है उनके ऊपर सोशल मीडिया चलाने पे बैन लगाया है। वो लोग अपना कल्चर है, अपना विरसा है, उसको संभाल के रखना चाहते हैं, और आज समय की ज़रूरत है। मेरी मांग है कि भारत में भी ये लागू होना चाहिए। 16 साल का, 15 साल का जो युवा है, जिसको अपनी भारत की संस्कृति, अपने प्रदेश की संस्कृति, अपने परिवार की संस्कृति से जुड़ना चाहिए। आज वो इस तरह का जो मटेरियल है आज सोशल मीडिया के ऊपर प्रोवाइड हो रहा है, जिससे आज युवा है जो अपने मकसद से हिल रहा है, अपने संस्कृति से हिल रहा है। और मैं समझता हूँ कि ऐसी जो घटनाएं हैं उनके ऊपर काबू पाने के लिए सोशल मीडिया को सही ट्रैक के ऊपर चलाना बहुत ज़रूरी है। और आज मेरी मांग है कि प्रधानमंत्री साहब से मांग है, भारत की सरकार से मांग है कि सोशल मीडिया है जो युवा है उनका जो अति युवा है उनके सोशल मीडिया के ऊपर बैन लगना चाहिए। पारिवारिक सदस्यों से मिले हैं, क्या बातचीत हुई है और कैसी इस घटना को देखते हैं, क्योंकि इस घटना ने झिझोड़ कर रख दिया लोगों को? ये इस घटना ने पूरी इंसानियत को शर्मसार किया है। हमारे शास्त्रों में बच्ची को कंजक पूजन करते हैं हम। एक तरफ हम लोग बोलते हैं कि यत्र नारी अस्तु पूजन्ते रमते तत्र विदेवता, लेकिन आम आदमी पार्टी की सरकार के अंदर ये कोई प्रथम इंसिडेंट नहीं है। आप अक्टूबर से लेकर नवंबर तक के लुधियाना में रेप होता है, जलंधर में इससे पहले 2 रेप हो चुके हैं, फाजिल्का में रेप होता है, पटियाला में रेप होता है, जीरकपुर में रेप होता है। मैं लड़ीवार आपको डेट बता सकता हूँ। इसका मतलब जो इस प्रकार की मानसिकता वाले लोग हैं, जो स्त्री को भोग की वस्तु समझते हैं, इस राज के अंदर दन आ रहे हैं। जो अगर किसी बलात्कारी को इस सरकार ने अच्छे से सजा दे दी होती तो इस प्रकार के इंसिडेंट ना होते। सबको लगता है हम लोग जो मर्जी करते जाएं, बेटियों से खिलवाड़ करते रहे तो सजा तो कोई मिलनी नहीं है।
आप 4 साल के इनके राज में जरा जिस प्रकार हम लोग गैंगस्टरों की बात करते हैं ना कि गोलियों का राज है, यहाँ पे कानून का राज ही नहीं है। केजरीवाल के द्वारा ये सरकार चल रही है, मान कुछ कर नहीं पा रहा और उसके बदले में हमें क्या मिल रहा है? यहाँ गोलियां मिल रही हैं, फरोतियां मिल रही हैं, बेटियों की लाशें मिल रही हैं, बलात्कार की घटनाएं मिल रही हैं। ये सरकार कानून का राज देने में असफल रही है और इस बच्ची के साथ जिस प्रकार की, मैं तो निर्लज्जता ही बोलूंगा, एक किसी की बेटी होगी ना सीपी, किसी की बहन होगी, यहाँ सीपी महिला है, वहां बच्ची की इस मामले को उन्होंने जिस गंभीरता से लेना चाहिए था नहीं लिया और मुझे लगता है कि उस बच्ची की लाश के समय महिला पुलिस का यहाँ ना आना, सीपी का 4 दिन के बाद आना, ये सारी संवेदनहीनता को प्रकट करता है। लेकिन मुझे लगता है कि उनको जरूरत है जब वो अपनी आंखें बंद करके ना अपने नारी तत्व को जगाएं, माँ के रूप में, बेटी के रूप में, और ये इन लोगों को इंसाफ दिलाए, वरना ईश्वर ऊपर देख रहा है। और ये कुछ ऐसे मामले होते हैं यहाँ कोई राजनीति नहीं होती है, जहाँ पार्टियां भी नहीं होती हैं, वहां केवल इंसानियत होती है। पुलिस पहले सुनने को आता था ना इस प्रकार के केस में और मर्डर के केस में पुलिस भी बचती थी कि नहीं यार, हमको आखिर में ईश्वर के पास जाना है, पर यहाँ उल्टा दिख रहा है। कौन ताकतें हैं जो पुलिस के उन मुलाजिमों को बचाना चाहती हैं कि जो 1 घंटा यहाँ बैठ के चले जाते हैं? परिवार के मन में टीस है कि अगर उसी समय सही सर्च हो जाती शायद हमारी बच्ची बच जाती। 2 घंटे के बाद वहां उसी घर में दोबारा लाश मिलती है, क्या उनके खिलाफ कार्रवाई करनी नहीं चाहिए थी? मैं तो कहता हूं कि अगर थोड़ी सी भी इनमें इंसानियत होती, सीपी साहिबा में सबसे पहला कार्य ये होता कि उन चारों लोगों को डिसमिस करते। परिवार के अंदर एक विश्वास बनता कि हमें न्याय मिल सकता। आज परिवार न्याय के लिए बेचारा सबसे बोल रहा है। लेकिन सर अभी तक सिर्फ सस्पेंड किया गया, कोई मामला भी उन पर दर्ज नहीं की गई। हालांकि वही एएसआई था जिसको लेकर इशू क्रिएट हुआ, बताया गया कि वो बैठकर अंदर आधा घंटा बैठकर, अरे निर्लज्जता तो यहाँ तक है, मुझे बताया गया कि रात को सारे एसएचओ इधर उधर किए गए। कौन सी ताकत है, कौन है जो इन लोगों को बचा रहा है? सरकार के बिना तो कोई हो नहीं सकता। कौन पॉलिटिकल लोग हैं? क्या जलंधर की जनता देख नहीं रही? किसका मोह है उस एसएचओ के साथ? लेकिन उनको संभलना चाहिए। जनता जब क्रोध में आती है तो सरकारें ताश के पत्तों की तरह ढहती हैं। लेकिन सर एक चीज और भी है, पीछे जब होशियारपुर में एक मामला हुआ था नाबालिग बच्चे के साथ, तब प्रवासी लोगों को लेकर एजेंडा बनाया गया। ठीक है, ये बताया जा रहा है कि ये अमृतधारी लड़का था, अब कोई एजेंडा बना नहीं रहा है पंजाब में, तो कैसे? देखो, मेरा केवल इतना कहना है, बेटी कोई भी है, बेटी बेटी है, और जिसने ये कृत्य किया है वो जालिम है और जालिम को जालिम वाली सजा मिलनी चाहिए। इसमें पंथ का, धर्म का, जात का, पात का कोई सवाल नहीं है। ये केवल इंसानियत का मर्डर हुआ है, बच्ची के साथ दुष्कर्म हुआ है और जिसने किया है वो फांसी तक पहुंचना चाहिए। भाजपा परिवार के साथ चट्टान की तरह खड़ा है। ਕੀਤੀ ਹੈ ਐਂਡ ਤੁਹਾਡੇ ਵੱਲੋਂ ਕੀ ਕੁਝ ਐਕਸ਼ਨ ਲਿਆ ਜਾਵੇਗਾ? ਦੇਖੋ, ਬੜੀ ਮੰਦਭਾਗੀ ਔਰ ਘਿਨੌਣੀ ਘਟਨਾ ਹੋਈ ਹੈ, ਬੜੀ ਅਨਫੋਰਚੂਨੇਟ ਹੈ। ਔਰ ਮੈਂ ਇਹ ਕਹੂੰਗਾ ਕਿ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਇਹ 'ਚ ਪੁਲਿਸ ਦਾ ਫੇਲੀਅਰ ਹੈ ਜਾਂ ਐਡਮਿਨਿਸਟ੍ਰੇਸ਼ਨ ਦਾ ਫੇਲੀਅਰ ਹੈ, ਬਟ ਮੈਂ ਕਹਿੰਦਾ ਹੈ ਕਿ ਇੱਕ ਸੋਸ਼ਲ ਫੇਲੀਅਰ ਹੈ, ਸੋਸਾਇਟੀ ਦਾ ਫੇਲੀਅਰ ਹੈ। ਅੱਜ ਤੱਕ ਬੱਚਿਆਂ ਨੂੰ ਅਸੀਂ ਬਚਪਨ ਵਿੱਚ ਸਾਡੇ ਆਂਢ ਗੁਆਂਢ 'ਚ ਹੀ ਰਹਿੰਦੇ ਰਹੇ ਹਾਂ, ਪਾਲਦੇ ਰਹੇ ਹਾਂ ਔਰ ਪਲਦੇ ਰਹੇ ਹਾਂ, ਔਰ ਸਾਡੀ ਸੁਸਾਇਟੀ ਜਿਹੜੀ ਹੈ ਉਹ ਅੱਗੇ ਵਧਣੀ ਚਾਹੀਦੀ ਸੀ, ਜਿਹੜੀ ਅਸੀਂ 2 ਸਟੈਪ ਪਿੱਛੇ ਨੂੰ ਆ ਗਏ। ਇਹ ਬੜੀ ਮਾੜੀ ਗੱਲ ਹੈ। ਮੈਂ ਤੁਹਾਡੇ ਰਾਹੀਂ ਸਾਰੇ ਪੇਰੈਂਟਸ ਨੂੰ, ਸੁਸਾਇਟੀ ਨੂੰ ਇਹ ਮੈਂ ਰਿਕੁਐਸਟ ਕਰਨਾ ਚਾਹੁੰਦਾ ਹਾਂ ਕਿ ਹੁਣ ਸਮਾਂ ਬਦਲਦੇ ਸਮੇਂ ਨਾਲ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖੋ, ਉਹਨਾਂ ਨੂੰ ਟ੍ਰੇਨ ਕਰੋ ਕਿ ਤੁਸੀਂ ਐਵੇਂ ਕਿਸੇ ਜਗ੍ਹਾ 'ਤੇ ਬਾਹਰ ਨਹੀਂ ਜਾਣਾ ਔਰ ਘਰਦਿਆਂ ਨੂੰ ਕੌਨਫੀਡੈਂਸ ਲੈ ਕੇ ਜਾਣਾ ਜੇ ਕਿਤੇ ਗਏ ਵੀ ਤਾਂ। ਔਰ ਜਿਹੜੇ ਲੋਕਾਂ ਦੇ ਜਿਹੜੇ ਹੋਰ ਵੀ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਅਵੇਅਰ ਕਰਨਾ ਚਾਹੁੰਦਾ ਹੈ ਕਿ ਇਹ ਘਟਨਾਵਾਂ ਜਿਹੜੀਆਂ ਹੋ ਰਹੀਆਂ ਇਹਨਾਂ ਦੀ ਸਜ਼ਾ ਬੜੀ ਹੀ ਜ਼ਿਆਦਾ ਹੈ, ਫਾਂਸੀ ਤੱਕ ਹੈ।
ਔਰ ਇਸ ਕਰਕੇ ਇਹ ਹਰ ਤੱਕ ਪਹੁੰਚਣੀ ਚਾਹੀਦੀ ਹੈ ਕਿ ਜੇ ਬੱਚੇ ਦੇ ਹੱਕਾਂ ਦੀ, ਬੱਚੇ ਦੀ ਇੱਜ਼ਤ ਦੀ ਆਪਾਂ ਧਿਆਨ ਨਹੀਂ ਰੱਖਾਂਗੇ ਤੇ ਉਹਨਾਂ ਦੀ ਸਜ਼ਾ ਜਿਹੜੀ ਬਹੁਤ ਹੀ ਜ਼ਿਆਦਾ ਹੈ, ਸਾਰੀ ਉਮਰ ਜੇਲ੍ਹ 'ਚ ਜਾਂ ਫਾਂਸੀ, ਇਸ ਤੋਂ ਘੱਟ ਨਹੀਂ ਹੈ। ਔਰ ਇਹ ਵੀ ਮੈਂ ਕਹਿਣਾ ਚਾਹੂੰਗਾ ਕਿ ਕੁਛ ਬੱਚਿਆਂ ਨੂੰ ਸੈਲਫ ਡਿਫੈਂਸ ਵਾਸਤੇ ਵੀ ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਬੱਚੇ ਅਵੇਅਰ ਹੋਣ ਔਰ ਆਪਣੇ ਆਪ ਨੂੰ ਘੱਟੋ ਘੱਟ, ਜੇ ਅੱਜ ਤਾਂ ਇਹ ਘਰ ਦੇ ਨਾਲ ਦੀ ਇੰਸੀਡੈਂਟ ਸੀ, ਜੇ ਕਿਤੇ ਹੋਰ ਹੋਵੇ ਤੇ ਬੱਚਾ ਇੰਨਾ ਸ਼ਾਰਪ ਹੋਵੇ ਕਿ ਉਹਦੇ ਚੁੰਗਲ 'ਚ निकल सके या आवाज लगा सके। सर, पुलिस ने 9 दिन का रिमांड लिया है, आपको लगता है पुलिस ठीक तरह से कार्रवाई करेगी? बिल्कुल करेगी जी। कमीशन आया किस लिए है? कमीशन का काम ही ये है कि उसे मॉनिटर करना है सबको। वी विल मॉनिटर ईच एंड एवरी मूवमेंट ऑफ द पुलिस और वो करा जाएगा। हर लोग का कहना है कि उसको फांसी हो, इसके बारे में आपका क्या कहना है? देखो पॉक्सो 6 लग गया है, पॉक्सो 6 में कम से कम सजा क्या है? उम्र कैद, ज्यादा से ज्यादा फांसी है। इस मैटर ऑफ इन्वेस्टिगेशन है और कोर्ट के ऊपर है, लेकिन जैसे ये जी मतलब जो घटना वापरी है एडी दुखदायक घटना, ਇਹਦਾ ਕੋਈ ਬਿਆਨ ਵੀ ਨਹੀਂ ਕਰ ਸਕਦੇ, ਕੋਈ ਸ਼ਬਦ ਵੀ ਨਹੀਂ ਹੈਗੇ ਸਾਡੇ ਕੋਲ। ਉਹ ਮਾਂ ਜਿਹੜੀ ਕੰਧਾਂ ਨਾਲ ਸਿਰ ਰੱਖ ਕੇ ਰੋ ਰਹੀ ਹੈ, ਮਤਲਬ ਉਸ ਮਾਂ ਦੀ ਤੁਸੀਂ ਇੱਕ ਸਿਰਫ ਫੀਲਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜਿਹੜੀ ਸਵੇਰੇ ਹਰ ਰੋਜ਼ ਆਪਣੀ ਬੇਟੀ ਨੂੰ ਤਿਆਰ ਕਰਕੇ ਸਕੂਲ ਭੇਜਦੀ ਸੀ ਤੇ ਉਸੇ ਬੇਟੀ ਦੀ ਲਾਸ਼ ਨੂੰ ਉਹ ਮਹਿੰਦੀ ਲਗਾ ਕੇ ਵਿਦਾ ਕੀਤਾ ਉਹਨੂੰ। ਇਸ ਤੋਂ ਜ਼ਿਆਦਾ ਦੁੱਖ ਕੋਈ ਨਹੀਂ ਹੋ ਸਕਦਾ। ਮੈਂ ਵੀ ਇੱਕ ਮਾਂ ਹਾਂ ਔਰ ਮੈਂ ਇਸ ਫੀਲਿੰਗ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹਾਂ। ਅਸੀਂ ਅੱਜ ਇੱਥੇ ਆਏ ਸੀਗੇ, ਸਾਡੇ ਚੇਅਰਮੈਨ ਸਾਹਿਬ ਚਾਈਲਡ ਕਮਿਸ਼ਨ ਤੋਂ ਸਾਡੇ ਨਾਲ ਨੇ। ਅਸੀਂ ਫੈਮਿਲੀ ਤੋਂ ਆ ਕੇ ਸਾਰੇ ਫੈਕਟ ਵੀ ਪਤਾ ਕੀਤੇ ਨੇ ਵੀ ਹੋਇਆ ਕੀ, ਪੂਰਾ ਇਨਸੀਡੈਂਟ ਕਿਵੇਂ ਹੋਇਆ, ਉਹਨਾਂ ਦੇ ਇਫੈਕਟ ਅਸੀਂ ਲੈ ਲਏ ਨੇ ਸਾਰੇ। ਇਸ ਤੋਂ ਬਾਅਦ ਅਸੀਂ ਚੱਲੇ ਹਾਂ ਕਮਿਸ਼ਨਰ ਸਾਹਿਬ ਨੂੰ ਮਿਲਣ ਦੇ ਲਈ, ਔਰ ਜੋ ਧਾਰਾ बढ़ती है और ਜਿਹਦਾ ਵੀ ਕਸੂਰ ਹੈ ਇਹਦੇ ਅੰਦਰ उसको बख्शा नहीं जाना चाहिए। लेकिन मैम जो सवाल खड़ा हो रहा है, पुलिस को लेकर खड़ा हो रहा है कि सूरत राम एएसआई थे, वो आधा घंटा बैठ कर गए अंदर, तो उसके बाद भी उन्होंने कोई कार्रवाई नहीं की, हालांकि सस्पेंड किया गया। चार मरले के घर में पूरा करने। हाँ, मैं बताती हूँ, ये मैं बिल्कुल मानती हूँ कि 4 मरले की कोठी में कैसे हो सकता है कि नहीं पता चला। ये सारे फैक्ट इकट्ठा किए हैं और इसी के लिए हम लोग आए हैं यहाँ पे, और कमिश्नर साहब से मिलेंगे इसी बात के लिए कि जो भी धारा बनती है, जैसे जैसे इंसिडेंट हुआ, जैसे आप बता रहे हैं कि अंदर से उनको नहीं पता चला, आधा घंटे बैठे रहे, ये सारे सवाल हम भी उधर ही उनको करेंगे और उसका पूरा हल जो है वो निकालेंगे। इस परिवार कह रहे थे कि 4 दिन हो गए पुलिस कमिश्नर भी लेट आए, ਹੁਣ तक कार्रवाई क्यों नहीं हुई उन्होंने पुलिस अफसरां ਦੇ ਉੱਪਰ जिन्होंने कुताही बरती? नहीं, मैं दस देखो ऐसे गल नहीं है कि 4 दिन तो भी एक उसे टाइम पे एक्शन नहीं हो जाता अंदर, लेकिन बट इन्ना हीनियस क्राइम हुए देन उसको लैदा भी हाले तक कोई कार्रवाई नहीं। कार्रवाई हले भी हुई है, जिन्ना भी जेडे फोरेंसिक वाले से उन्होंने भी हो गया, पोस्टमार्टम होके अगे भी विसरा दा हो गया, वो भी हो गया सारा, जिन्होंने सस्पेंड करना सी वो भी हो गया। लेकिन जनता दा सवाल और साडा सवाल भी एक ही है कि इस सस्पेंशन इज द ओनली आंसर कि इस तो अगे जाना है, और ये जड़ा असी जाके खुद भी सवाल उन्होंने करांगे कि सस्पेंशन इज नॉट द आंसर। सर मैडम, अभी आप आज मिले हो परिवार के सदस्य से, क्या मांग उन्होंने रखी है और महिला कमीशन इस पर क्या एक्शन? उन्होंने जो मांग रखी है, उन्होंने यही रखा कि इसको जल्दी से जल्दी जो है ये निपटाना चाहिए, फास्ट ट्रैक पे इसको डालना चाहिए, और उन्होंने ये भी मांग रखी है कि हमारा साथ तब तक दे जब तक ये खत्म नहीं हो जाता केस, कोई हमारा हाथ बीच में ना छोड़ दे। उसके लिए हम दोनों कमीशन ये प्रॉमिस करते हैं कि जब तक इसको आखिरी पड़ाव तक नहीं ले जाएंगे हम इसमें अड़े रहेंगे। चार्जशीट बनने के बाद ही फास्ट ट्रैक पे जाएगा ये तो बनेगा 4 दिन में। सिर्फ जो रिपोर्ट्स आनी है, पोस्टमार्टम रिपोर्ट आनी है, बाकी रिपोर्ट्स आनी है, वो आ जाने दीजिए, उसके बाद होगा कमीशन। ये दोनों कमीशन किसके लिए बने हैं? प्रोटेक्शन ऑफ आवर। एएसआई मंगल सिंह पर कार्रवाई को लेकर काफी सारे सवाल हैं। हाँ जी, क्या लगता है उस पर कार्रवाई होगी? बिल्कुल होगी। ये हम आपको यहाँ खड़े होकर आज बोल रहे हैं कि ये कार्रवाई पूरी होगी, जो होनी चाहिए वो कार्रवाई पूरी होगी। मैम देखो ऐदा है कि समाज का स्तर जड़ा इन्ना गिरदा जा रहा है, ਅਸੀਂ ਕਹਿੰਦੇ ਆ बेटी पढ़ाओ बेटी बचाओ, राइट। ਅਸੀਂ बेटी पढ़ाਉਣ ਦੇ ਲਈ, ਉਹਨਾਂ ਦੇ ਰਸਤੇ ਲਈ, ਉਹਨਾਂ ਨੂੰ ਉੱਚਾ ਚੱਕਣ ਲਈ ਸਾਰਾ ਪ੍ਰਬੰਧ ਹੋ ਚੁੱਕੇ ਹੈ। ਐਜੂਕੇਸ਼ਨ ਲੈ ਲਓ, ਬਾਕੀ ਸਕਿੱਲ ਲੈ ਲਓ, ਮਗਰ ਉਹਦਾ ਕੀ ਕਰੀਏ? ਜਿਹੜੇ ਸਮਾਜ ਦੇ ਅੰਦਰ ਘਰਾਂ ਦੇ ਅੰਦਰ ਸ਼ੈਤਾਨ ਬਣੇ ਬੈਠੇ ਨੇ, ਉੱਥੇ ਅਸੀਂ ਕੀ ਕਰੀਏ? ਕਿਸੇ ਨੇ ਆਪਣਾ ਮੁਖੌਟਾ ਬਦਲੀ ਕਰਕੇ ਆਪਣੇ ਆਪ ਨੂੰ ਸ਼ਰੀਫ ਇਨਸਾਨ ਬਣ ਕੇ ਸਾਡੇ ਹੀ ਘਰਾਂ ਦੇ ਅੰਦਰ, ਸਾਡੇ ਗਲੀ ਮੁਹੱਲੇ 'ਚ ਰਹਿ ਰਹੇ ਨੇ, ਉਸ ਦਾ ਕੀ ਕੀਤਾ ਜਾਵੇ? ਉਸ ਦੇ ਲਈ
ਸਾਨੂੰ ਸਮਾਜ ਨੂੰ ਹੀ ਇਹਨੂੰ ਉੱਠਣਾ ਵੀ ਪੈਣਾ ਕਿ ਸਾਡੇ ਬੱਚੇ ਸੇਫ ਰਹਿਣ। ਇਹ ਬੱਚੀ ਦਾ ਕੀ ਕਸੂਰ ਸੀ? ਕੁਛ ਨਹੀਂ, ਇਹ ਤੇ ਆਪਣੀ ਇੱਕ ਸਹੇਲੀ ਨੂੰ ਬੁਲਾਉਣ ਲਈ ਗਏ ਸੀ ਆਪਣੇ ਘਰੋਂ। ਸਾਨੂੰ ਕੀ ਪਤਾ ਕਿ ਉਹ ਜਿਹੜਾ ਬੰਦਾ ਸੀ ਉਹ ਸ਼ੈਤਾਨ ਬੈਠਾ ਉੱਥੇ। मैम इज इट इनफ कि सस्पेंशन मंगत राम ਦੀ सस्पेंशन ਹੀ ਹੋਣੀ ਚਾਹੀਦੀ ਜਾਂ ਫਿਰ ਉਸ ਦੇ ਉੱਪਰ ਐਫਆਈਆਰ ਵੀ ਜਿਹੜੀ ਹੋਣੀ ਚਾਹੀਦੀ? ਇੱਕ ਵਾਰੀ ਕਮਿਸ਼ਨਰ ਸਾਹਿਬ ਦੇ ਆਫਿਸ ਜਾਣ ਦਿਓ, ਠੀਕ ਹੈ? ਫੈਕਟ ਮੈਂ ਆਪਣੇ ਸਾਹਮਣੇ ਉਹਨਾਂ ਦੇ ਰੱਖਾਂਗੇ और मांग करांगे कि उसे कार्रवाई हो। पता चला कि इस व्यक्ति का कोई क्रिमिनल रिकॉर्ड भी था पिछला, क्योंकि कह रहे कि थोड़ा समय हुआ परिवार के जो साथ हमने सुना है परिवार से, उन्होंने भी यही कहा है कि इसका पिछला रिकॉर्ड भी ठीक नहीं था, कि इसने अपनी बेटी के साथ ही गलत हरकत की है। अब कहाँ तक ये सच्चाई है इसका भी जो पुलिस जरूर वेरिफिकेशन करेगी उस बात पर। और मोर ओवर ये बात है कि ये बंदा एक स्कूल की वैन चला रहा है, कहाँ तक सेफ था क्या नहीं था, कहाँ पे जो है कमी पेशी रह गई है, उसके लिए हम लोग हैं यहाँ पे, उसी के लिए आए। बिल्कुल मैडम परिवार ने हाँ जी बिल्कुल जी बिल्कुल। पहले कमिश्नर साहब के ऑफिस जाइए, मिलके फिर गल करके फिर मैडम अच्छा सर, परिवार ने ਇਹ ਦੱਸਿਆ ਹੈ ਕਿ ਸਾਡੇ ਕੋਲ ਜ਼ਬਰਦਸਤੀ ਸਾਈਨ ਕਰਵਾਉਣ ਦੀ ਕੋਸ਼ਿਸ਼ ਕੀਤੀ, ਬਦਤਮੀਜ਼ੀ ਕੀਤੀ, ਉਸ ਨੂੰ ਤੁਸੀਂ ਕਿੱਦਾਂ ਵੇਖਦੇ ਹੋ? वो जाके मैं देख दिया कौन ने से वही देखा गया जाके कि कौन सी जड़ा इंसान की साइन करवा रहा सी, जड़ा परिवार ने मना किया साइन करने। परिवार एलिगेट्स कि 4 अफसरां ਵੱਲੋਂ ਜਿਹੜਾ ਹੈਗਾ ਹੈ ਉਹ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਸੀਂ ਕਾਗਜ਼ ਦੇ जिसने भी साइन ये काम किया है, चाहे किसने प्रेशराइज किया या गलत तरीके नाल कराने की कोशिश की है, सब ते कार्रवाई होनी चाहिए। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚੱਲ ਰਹੀ ਹੈ, ਇਸੀ ਗਲੀ ਦੀ ਇਸੀ ਮੁਹੱਲੇ ਦੀ, ਲੋਕ ਇਹਨਾਂ ਨਾਲ ਦੁੱਖ ਵਿਅਕਤ ਕਰਨ ਆ ਰਹੇ ਹੋ ਔਰ ਜਿਹੜੇ ਅਫਸਰ ਬੈਰੀਗੇਡ ਦੇ ਕੋਲ ਖੜੇ ਸੀ ਉਹ ਹੱਸਦੇ ਪਏ ਸੀਗੇ। देखो मैं वो देखा नहीं है वीडियो, तो मैं इसे कमेंट नहीं कर सकती, मगर अगर ये गल है ये हुई है, इस तो ज्यादा शर्मनाक गल नहीं हो सकती।